ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਜਦੋਂ ਗੱਲ ਆਉਂਦੀ ਹੈ ਤਾਂ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਪੰਜਾਬੀ ਨੇ ਉਹ ਇਸ ਦੇ ਲਈ ਬਹੁਤ ਵੱਧ ਚੜ ਕੇ ਕੰਮ ਕਰ ਰਹੇ ਨੇ। ਉਹਨਾਂ ਵਿੱਚੋਂ ਇੱਕ ਸਾਡੇ ਸਰੀ ਦੀ ਸ਼ਖਸੀਅਤ ਸਰਦਾਰ ਸੁਖੀ ਬਾਠ, ਉਹਨਾਂ ਨੇ ਪੰਜਾਬ ਭਵਨ ਖੋਲ੍ਹਿਆ 2016 ਦੇ ਵਿੱਚ ਤੇ ਲਗਾਤਾਰ ਪੰਜਾਬੀਅਤ ਦੇ ਲਈ ਕੰਮ ਕੀਤੇ ਜਾ ਰਹੇ ਨੇ, ਸੈਮੀਨਾਰ ਕੀਤੇ ਜਾ ਰਹੇ ਨੇ, ਪੰਜਾਬੀ ਮਾਂ ਬੋਲੀ ਦੇ ਲਈ ਕੰਮ ਕੀਤੇ ਜਾ ਰਹੇ ਨੇ ਤੇ ਹੋਰ ਬਹੁਤ ਕੁਝ। ਹੁਣ ਹਰ ਸਾਲ ਐਨੀਵਰਸਰੀ ਮਨਾਈ ਜਾਂਦੀ ਹੈ। ਹਰ ਸਾਲ ਐਨੀਵਰਸਰੀ ਦੇ ਉੱਤੇ ਬਹੁਤ ਵੱਡਾ ਇਕੱਠ ਕੀਤਾ ਜਾਂਦਾ ਹੈ ਤੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਮਹਾਨ ਸ਼ਖਸੀਅਤਾਂ ਪਹੁੰਚਦੀਆਂ ਨੇ ਤੇ ਉੱਥੇ ਸ਼ਿਰਕਤ ਕਰਦੀਆਂ ਨੇ। ਤੇ ਇਸ ਸਾਲ ਕਿਸ ਤਰ੍ਹਾਂ ਦੀ ਰੂਪਰੇਖਾ ਹੋਵੇਗੀ, ਕੀ ਕੁਝ ਹੋਵੇਗਾ, ਇਸ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਸਟੂਡੀਓ ਦੇ ਵਿੱਚ ਜਿਹੜੀ ਸ਼ਖਸੀਅਤ ਪਹੁੰਚੀ ਹੋਈ ਹੈ, ਤੁਸੀਂ ਸਾਰੇ ਉਹਨਾਂ ਨੂੰ ਬਖੂਬੀ ਜਾਣਦੇ ਆ। ਜਦੋਂ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਇੱਕ ਬਹੁਤ ਹੀ ਵਧੀਆ ਲੇਖਕ ਨੇ ਤੇ ਪੰਜਾਬ ਭਵਨ ਦਾ ਸੰਚਾਲਨ ਵੀ ਉਹੀ ਕਰਦੇ ਨੇ। ਮੈਂ ਗੱਲ ਕਰ ਰਹੀ ਹਾਂ ਕਵਿੰਦਰ ਚਾਂਦ ਹੋਣਾ ਦੀ। ਆਓ ਸਵਾਗਤ ਕਰਦੇ ਹਾਂ। ਚਾਂਦ ਸਾਹਿਬ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ। ਵੈਲਕਮ ਵਨਸ ਅਗੇਨ। ਤੁਸੀਂ ਸਟੂਡੀਓ ਦੇ ਵਿੱਚ ਆਏ ਹੈਗੇ ਹੋ। ਸੋ ਪੰਜਾਬ ਭਵਨ ਦੀ ਹੁਣ ਮੈਂ ਕਹਿ ਸਕਦੀ ਹਾਂ ਕਿ ਕਿਸੇ ਮੁਹਤਾਜ ਨਹੀਂ ਕਿਸੇ ਇੰਟਰੋਡਕਸ਼ਨ ਦੇ। ਹਰ ਕਿਸੇ ਨੂੰ ਪਤਾ ਹੈ ਕਿ ਪੰਜਾਬ ਭਵਨ ਕਿਹੋ ਜਿਹੀਆਂ ਗਤੀਵਿਧੀਆਂ ਕਰਦਾ ਹੈ ਤੇ ਕੀ ਕੁਝ ਹੋ ਰਿਹਾ ਪੰਜਾਬ ਭਵਨ ਦੇ ਵਿੱਚ। 2016 ਤੋਂ ਲੈ ਕੇ 2022 ਅੱਜ ਤੱਕ ਦੀ ਜਰਨੀ ਕਿਸ ਤਰ੍ਹਾਂ ਦੀ ਰਹੀ ਹੈ, ਪਹਿਲਾਂ ਇਹ ਦੱਸੋ। ਦੇਖੋ ਜੀ, 2016 'ਚ ਜਦੋਂ ਪੰਜਾਬ ਭਵਨ ਸ਼ੁਰੂ ਹੋਣ ਚਾਹੁੰਦਾ ਤਾਂ ਮੈਂ ਕਈ ਵਾਰੀ ਪਹਿਲਾਂ ਗੱਲ ਕਰਦਾ ਹੁੰਦਾ ਕਿ ਸਾਨੂੰ ਪਤਾ ਵੀ ਨਹੀਂ ਸੀ ਕਿ ਅਸੀਂ ਇੱਥੋਂ ਤੱਕ ਪਹੁੰਚਾਂਗੇ ਜੀ। ਇਸ ਵੇਲੇ ਮੇਰਾ ਖਿਆਲ ਦੁਨੀਆ ਭਰ 'ਚ ਜਿੱਥੇ ਵੀ ਕਾਰਜਸ਼ੀਲ ਪੰਜਾਬੀ ਬੈਠੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਭਵਨ ਸਰੀ ਕੈਨੇਡਾ ਨਾਲ ਜੁੜੇ ਹੋਏ ਆ। ਬੁਨਿਆਦੀ ਤੌਰ 'ਤੇ ਸੁਖੀ ਬਾਠ ਹੋਣਾ ਦਾ ਉੱਦਮ ਹੈ, ਆਪਾਂ ਸਾਰੇ ਜਾਣਦੇ ਹੀ ਹਾਂ। ਪਹਿਲੇ 3 ਸਾਲ ਅਸੀਂ ਲਗਾਤਾਰ ਇੱਕ ਸਾਲਾਨਾ ਸੰਮੇਲਨ, ਜਿਹਨੂੰ ਪੰਜਾਬੀ ਸਾਹਿਤ ਤੇ ਸੱਭਿਆਚਾਰ ਸੰਮੇਲਨ ਦਾ ਨਾਂ ਦਿੰਦੇ ਰਹੇ। ਅਸੀਂ ਉਦੋਂ ਨਵੇਂ ਸੀਗੇ ਪਰ ਉਹ ਬੜੇ ਸਫਲ ਰਹੇ ਪ੍ਰੋਗਰਾਮ। ਕੁਛ ਦੋਸਤਾਂ ਦੀ, ਮੈਂ ਹਿੰਦੁਸਤਾਨ 'ਚੋਂ ਆਇਆ ਸੀ, ਸਾਹਿਤ ਨਾਲ ਜੁੜਿਆ ਸੀ। ਇੱਥੋਂ ਜਿਹੜੀਆਂ ਸਰਗਰਮੀਆਂ ਸੀ ਜਿਹਦਾ ਮੁੱਖ ਤੌਰ 'ਤੇ ਖਰਚੇ ਨਾਲ ਸੰਬੰਧ ਸੀ, ਉਹ ਸੁਖੀ ਬਾਠ ਹੋਣਾ ਦੇਖਿਆ। ਤਾਂ ਅਸੀਂ ਕੁਛ ਇੱਧਰੋਂ ਦੋਸਤ ਇੱਕ ਟੀਮ ਇਕੱਠੀ ਕੀਤੀ। 16 ਦੇ ਵਿੱਚ 17, 18, 19 3 ਸਾਲਾਨਾ ਸਮਾਗਮ ਜਿਹੜੇ ਕਰਾਏ, ਉਹਨੂੰ ਲੋਕਾਂ ਨੇ ਮੰਨਿਆ ਕੋਈ ਇੱਕ ਸਫਲ ਪ੍ਰੋਗਰਾਮ ਸੀਗੇ। ਜੀ। ਫਿਰ ਤੁਹਾਨੂੰ ਪਤਾ ਹੀ ਆ, ਸਾਰੀ ਦੁਨੀਆ ਜਾਣਦੀ ਹੈ ਕਿ ਅਸੀਂ ਇੱਕ ਬੜੀ ਭਿਆਨਕ ਸਥਿਤੀ ਵਿੱਚ ਦੁਨੀਆ ਉਲਝ ਗਈ, ਫਸ ਗਈ। 2 ਸਾਲ ਕੁਛ ਵੀ ਨਹੀਂ ਹੋ ਸਕਿਆ। ਉਹ ਇੱਕ ਵਿਰਾਮ ਦੀ ਸਥਿਤੀ ਆਈ ਤੇ ਹੁਣ 1-2 ਅਕਤੂਬਰ ਨੂੰ, ਉਸ ਤੋਂ ਬਾਅਦ ਜਦੋਂ ਉਸ ਦੌਰ 'ਚੋਂ ਅਸੀਂ ਬਾਹਰ ਨਿਕਲਦੇ ਹਾਂ, ਦੁਨੀਆ ਬਾਹਰ ਨਿਕਲਦੀ ਹੈ, ਦੁਬਾਰਾ ਜ਼ਿੰਦਗੀਆਂ ਰਵਾਂ ਹੋਈਆਂ ਤੇ ਅਸੀਂ ਵੀ ਆਪਣਾ ਫਰਜ਼ ਸਮਝਦੇ ਹੋਏ ਪੰਜਾਬੀ ਪ੍ਰਤੀ ਜਿਹੜਾ ਫਰਜ਼ ਹੈ, ਦੁਨੀਆ ਪ੍ਰਤੀ ਜਿਹੜਾ ਫਰਜ਼ ਹੈ, ਦੁਬਾਰਾ ਸਰਗਰਮ ਹੋਏ ਹਾਂ। ਤੇ ਉਸ ਸਰਗਰਮੀ ਵਿੱਚ ਹੀ ਉਹ ਤਰੀਕ ਨਿਕਲਦੀ ਹੈ 1-2 ਅਕਤੂਬਰ, ਜਿਸ ਦਿਨ ਅਸੀਂ ਆਪਣਾ ਕੌਮਾਂਤਰੀ ਪੰਜਾਬੀ ਸੰਮੇਲਨ ਪੰਜਾਬ ਭਵਨ ਸਰੀ ਦਾ ਕਰਵਾ ਰਹੇ ਹਾਂ। ਚਾਂਦ ਸਾਹਿਬ, ਜਦੋਂ ਕੌਮਾਂਤਰੀ ਸ਼ਬਦ ਜੁੜ ਜਾਂਦਾ ਨਾ, ਇੰਟਰਨੈਸ਼ਨਲ ਸ਼ਬਦ ਜੁੜ ਜਾਂਦਾ, ਕਿਉਂਕਿ ਇੱਕ ਏਰੀਏ ਦੇ ਵਿੱਚ ਹੋਈਏ, ਇੱਕ ਸੂਬੇ ਦੇ ਵਿੱਚ ਹੋਈਏ, ਗੱਲ ਵੱਖਰੀ ਹੋ ਜਾਂਦੀ ਹੈ। ਪਰ ਜਦੋਂ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਬੜੀਆਂ ਵੱਡੀਆਂ ਸ਼ਖਸੀਅਤਾਂ ਬੈਠੀਆਂ ਨੇ ਜਿਹੜੀ ਪੰਜਾਬੀ ਨੂੰ ਪਿਆਰ ਵੀ ਕਰਦੇ ਨੇ, ਪੰਜਾਬੀ ਦੇ ਲਈ ਉਹ ਇਹ ਵੀ ਕਹਿੰਦੇ ਨੇ ਕਿ ਪੰਜਾਬੀ ਅੱਗੇ ਵਧਣੀ ਫੁੱਲਣੀ ਚਾਹੀਦੀ ਹੈ, ਫਿਰ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਨਾ, ਉਹਨਾਂ ਦੇ ਨਾਲ ਤਿਆਰੀਆਂ ਕਰਨੀਆਂ, ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲਦੀਆਂ ਤੇ ਕਿੰਨਾ ਸਮਾਂ ਪਹਿਲਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ? ਲਗਭਗ 4-5 ਮਹੀਨੇ ਪਹਿਲਾਂ। ਵਾਹ। ਤੇ ਉਹਦੇ ਵਾਸਤੇ ਦੇਖਣਾ ਪੈਂਦਾ ਸੀ ਹਰ ਵਾਰੀ ਸਬਜੈਕਟ, ਜਿਹੜੇ ਵਿਸ਼ੇ ਜਿਹੜੇ ਦਰਪੇਸ਼ ਨੇ ਸਾਡੀ ਪੰਜਾਬੀ ਲੋਕਾਂ ਨੂੰ, ਪੰਜਾਬੀ ਹੀ ਨਹੀਂ ਸਮਾਜ ਨੂੰ, ਸੱਭਿਆਚਾਰ ਨੂੰ ਦਰਪੇਸ਼ ਨੇ, ਉਹਨਾਂ ਬਾਰੇ ਇੱਕ ਰੂਪਰੇਖਾ ਤੈਅ ਕਰਦੇ ਹਾਂ ਕਿ ਕਿਹੜੇ ਸਬਜੈਕਟ, ਵਿਸ਼ੇ ਕਿਹੜੇ ਹੋਣਗੇ। ਫਿਰ ਵਿਸ਼ਿਆਂ ਨਾਲ ਜੁੜੇ ਹੋਏ ਮਾਹਰ ਲੱਭਦੇ ਹਾਂ ਦੁਨੀਆ ਭਰ ਦੇ ਵਿੱਚ। ਜੇ ਪਿਛਲਿਆਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਜਿੰਨੇ ਪੰਜਾਬੀ ਦੇ ਵੱਡੇ ਸ਼ਾਇਰ, ਬੁੱਧੀਜੀਵੀ, ਚਿੰਤਕ ਉਹਨਾਂ ਵਿਸ਼ਿਆਂ 'ਤੇ ਗੱਲ ਕਰ ਚੁੱਕੇ ਆ ਤੇ ਇਸੇ ਤਰ੍ਹਾਂ ਹੀ ਹੁਣ ਚੱਲ ਰਿਹਾ। ਵਿਸ਼ੇ ਲਗਭਗ ਸਿਲੈਕਟ ਹੋ ਚੁੱਕੇ ਨੇ, ਹੋ ਰਹੇ ਨੇ ਤੇ ਇਸ ਵਾਰੀ ਅਸੀਂ ਇੱਕ ਨਵਾਂ ਚੀਜ਼ ਲੈ ਕੇ ਆ ਰਹੇ ਹਾਂ ਕਿ ਦੁਨੀਆ ਭਰ ਵਿੱਚ ਜਿੱਥੇ ਪੰਜਾਬੀ ਬੈਠੇ ਨੇ ਉਹਨਾਂ ਦਾ ਇੱਕ ਸਾਂਝਾ ਪਲੇਟਫਾਰਮ ਕਿੱਦਾਂ ਤੈਅ ਕੀਤਾ ਜਾਵੇ, ਉਹਦੇ ਬਾਰੇ ਵੀ ਇਸ ਦੇ ਵਿੱਚ ਖੁੱਲ੍ਹ ਕੇ ਚਰਚਾ ਹੋਵੇਗੀ। ਜੀ ਬਿਲਕੁਲ। ਸੋ ਵਿਸ਼ਿਆਂ ਦੀ ਤੁਸੀਂ ਗੱਲ ਕੀਤੀ ਹੈ, ਇਸ ਵਾਰ ਦੇ ਵਿਸ਼ੇ ਜੇ ਥੋੜ੍ਹਾ ਬਹੁਤ ਦੱਸ ਸਕੋ ਸਾਨੂੰ। ਹਾਂ, ਇਸ ਵਾਰੀ ਅਸੀਂ ਗਲੋਬਲ ਦੇ ਨਾਲ ਨਾਲ, ਵਿਸ਼ਵੀਕਰਨ ਦੇ ਨਾਲ ਨਾਲ ਉੱਤਰੀ ਅਮਰੀਕਾ ਦੀਆਂ ਜਿਹੜੀ ਪੰਜਾਬੀ ਸਾਹਿਤ ਦੀ ਸਥਿਤੀ ਹੈ ਉਹਦੇ 'ਤੇ ਵੀ ਬਹੁਤ ਫੋਕਸ ਕਰਨਾ ਚਾਹੁੰਦੇ ਹਾਂ। ਬਿਲਕੁਲ। ਉੱਤਰੀ ਅਮਰੀਕਾ ਦੇ, ਕੈਨੇਡਾ ਦੇ ਜਾਂ ਆਸਟ੍ਰੇਲੀਆ, ਇੱਧਰ ਜਿੱਥੇ ਵੀ ਬੈਠੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਜਿਹੜੀ ਹੈ, ਬੱਚੇ ਸਾਡੇ ਨਾਲ ਜੁੜ ਰਹੇ ਨੇ ਕਿ ਟੁੱਟ ਰਹੇ ਨੇ, ਜੇ ਟੁੱਟ ਰਹੇ ਨੇ ਤਾਂ ਕਿੱਦਾਂ ਜੋੜਨੇ ਆ, ਇਸ ਤਰ੍ਹਾਂ ਦੇ ਵਿਸ਼ੇ ਵੀ ਅਸੀਂ ਵਿੱਚ ਐਡ ਕਰ ਰਹੇ ਹਾਂ। ਪੰਜਾਬ ਭਵਨ ਦੇ ਵਿੱਚ ਪੰਜਾਬੀ ਦੀਆਂ ਕਲਾਸਾਂ ਵੀ ਲੱਗਦੀਆਂ ਹੁੰਦੀਆਂ ਸੀਗੀਆਂ, ਪੰਜਾਬੀ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀ। ਪਿਛਲੇ ਸਮਿਆਂ ਦੇ ਵਿੱਚ ਅਸੀਂ ਵੀ ਦੇਖਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਸਮਾਗਮ ਹੁੰਦੇ ਰਹੇ ਆ, ਇਹਦੇ ਵਿੱਚ ਬੱਚੇ ਵੀ ਭਾਗ ਲੈਂਦੇ ਹੈਗੇ ਆ। ਸੋ ਇਸ ਵਾਰ ਬੱਚਿਆਂ ਦੇ ਲਈ ਕੁਝ ਪਰਟੀਕੂਲਰ ਕੋਈ ਲੇਖਕ ਹੋਵੇ ਜਾਂ ਕੋਈ ਕਵਿਤਾ ਲਿਖੀ ਹੋਵੇ, ਇਸ ਤਰ੍ਹਾਂ ਦਾ ਫਿਰ ਸ਼ਾਮਿਲ ਕੀਤਾ ਜਾਊਗਾ।
ਜਿਹੜੇ ਤੁਸੀਂ ਪਿਛਲੇ ਸਮੇਂ ਦੀ ਗੱਲ ਕਰ ਰਹੇ ਆ, ਬੜੀ ਖੁਸ਼ੀ ਦੀ ਗੱਲ ਸੀ, ਦੱਸਦਿਆਂ ਹੁੰਦਾ ਮੈਨੂੰ ਕਿ ਇੱਕ ਵਾਰੀ ਅਸੀਂ ਇਸ ਸਥਿਤੀ ਤੇ ਪਹੁੰਚ ਗਏ ਸੀ ਕਿ ਸਕੂਲ ਤਾਂ ਚੱਲਦਾ ਹੀ ਸੀ ਬੱਚੇ। ਜਦੋਂ ਪੰਜਾਬ ਭਵਨ ਦੇ ਵਿੱਚ ਇੱਧਰਲੇ ਬੱਚੇ 5 6 7 ਸਾਲ ਦੇ ਊੜੇ ਆੜੇ ਦੀ ਗੱਲ ਕਰਦੇ ਗਾਉਂਦੇ ਸੀ। ਇੱਕ ਅਸੀਂ ਕਵੀ ਦਰਬਾਰ ਕਰਾਇਆ ਸੀ ਕੈਨੇਡੀਅਨ ਬੱਚਿਆਂ ਦਾ, ਔਰ ਉਹ ਕਵਿਤਾ ਪੜ੍ਹ ਕੇ ਬੜਾ ਰਸ਼ਕ ਹੁੰਦਾ ਸੀ, ਬੜੀ ਹੈਰਾਨੀ ਹੁੰਦੀ ਸੀ, ਬੜੀ ਖੁਸ਼ੀ ਹੁੰਦੀ ਸੀ ਕਿ ਇੱਥੋਂ ਤੱਕ ਅਸੀਂ ਯਤਨ ਕਰ ਰਹੇ ਹਾਂ ਤੇ ਬੱਚੇ ਪੰਜਾਬੀ ਦੀਆਂ ਕਵਿਤਾ ਪੜ੍ਹ ਰਹੇ ਨੇ, ਲਿਖ ਵੀ ਰਹੇ ਨੇ। ਪਰ ਉਹ ਜਿਹੜਾ ਦੌਰ 2 ਸਾਲ ਦਾ ਆਇਆ, 3 ਸਾਲ ਦਾ ਆਇਆ, ਉਹਨੇ ਪੰਜਾਬ ਭਵਨ ਦੇ ਮਨਸੂਬੇ ਹੀ ਨਹੀਂ, ਦੁਨੀਆ ਦਾ ਦੇਖ ਲਓ ਕੀ ਹਾਲ ਕੀਤਾ। ਪਰ ਫਿਰ ਅਸੀਂ ਮੁੜ ਸੁਰਜੀਤ ਹੋਏ ਹਾਂ, ਜਿੱਦਾਂ ਉਹ ਕਹਿੰਦੇ ਨਾ ਗਨੂਸ ਆਪਣੀ ਰਾਖ 'ਚੋਂ ਸੁਰਜੀਤ ਹੁੰਦਾ ਜੀ। ਤੇ ਦੁਬਾਰਾ ਅਸੀਂ ਉਹਨਾਂ ਯਤਨਾਂ ਤੇ ਉਹਨਾਂ ਪੈੜਾਂ ਤੇ ਫਿਰ ਤੋਂ। ਬਿਲਕੁਲ ਲੁਕਿੰਗ ਫਾਰਵਰਡ ਟੂ ਸੀ ਕਿ ਕੌਣ ਸ਼ਾਮਿਲ ਹੁੰਦਾ ਹੈ, ਕੀ ਕੁਝ ਹੁੰਦਾ ਉੱਥੇ, ਕਿਹੜੇ ਵਿਸ਼ਿਆਂ ਦੇ ਉੱਤੇ ਗੱਲਬਾਤ ਹੁੰਦੀ ਹੈ। ਸੋ ਇਹ 2 ਦਿਨਾਂ ਦਾ ਸਮਾਗਮ ਹੋਏਗਾ ਜੀ, ਰੂਪਰੇਖਾ ਦੱਸ ਦਿਓ ਜੀ। 2 ਦਿਨਾਂ ਦਾ ਸਮਾਗਮ। ਪਹਿਲਾਂ ਅਸੀਂ ਛੋਟੇ ਜਿਹੇ ਪੱਧਰ ਤੇ ਇੱਕ ਓਪਨਿੰਗ ਕਰਦੇ ਹੁੰਦੇ ਸੀ, ਜਿੱਦਾਂ ਕਹਿੰਦਾ ਨਾ ਸ਼ਮਾ ਰੋਸ਼ਨ ਕਰਨੀ। ਸ਼ਮਾ ਰੋਸ਼ਨ ਮਤਲਬ ਹਨੇਰਿਆਂ ਤੋਂ ਦੂਰ ਦਾ ਪਛਾਣਨ ਦਾ ਇੱਕ ਸੰਕੇਤ ਦਿੰਦੇ ਸੀ ਜੀ। ਇਸ ਵਾਰੀ ਓਪਨਿੰਗ ਜਿਹੜਾ ਆਰੰਭਿਕ ਸਮਾਗਮ ਹੈ ਥੋੜਾ ਜਿਹਾ ਵੱਡਾ, ਗੁਰੂ ਨਾਨਕ ਦੇ ਨਾਮ ਦੀ ਰੋਸ਼ਨੀ ਦੇ ਵਿੱਚ ਅਸੀਂ ਕੁਝ ਕਰ ਰਹੇ ਹਾਂ ਜੀ। ਹੋ ਸਕਦਾ ਤੰਤਰੀ ਸਾਜ਼ਾਂ ਦੇ ਨਾਲ ਕਰੀਏ, ਹੋ ਸਕਦਾ ਕੁਝ ਗਾਇਨ ਇਸ ਤਰ੍ਹਾਂ ਦਾ ਕੀਤਾ ਜਾਵੇ ਜੀ ਜੀ। ਤੇ ਉਸ ਤੋਂ ਬਾਅਦ ਫਿਰ ਜਿਹੜੇ ਸਬਜੈਕਟਸ ਹੋਣਗੇ ਉਹਦੇ ਉੱਤੇ ਗੱਲਬਾਤ ਹੋਊਗੀ ਜੀ। ਬਿਲਕੁਲ। ਸੋ ਸਾਡੇ ਵਿਊਅਰਸ ਨੂੰ ਜੇ ਦੱਸਣਾ ਹੋਵੇ ਕੌਣ ਪਹੁੰਚ ਸਕਦਾ ਹੈ, ਕੌਣ ਸ਼ਿਰਕਤ ਕਰ ਸਕਦਾ ਹੈ, ਕੀ ਟਾਈਮਿੰਗ ਹੋਵੇਗੀ, ਸੋ ਇਨਫੋਰਮੇਸ਼ਨ ਕੀ ਦੇਣਾ ਚਾਹੋਗੇ? ਲਗਭਗ 10 ਕੁ ਵਜੇ ਦੋਨੋਂ ਦਿਨ ਸ਼ੁਰੂ ਕਰਿਆ ਕਰਨਗੇ ਤੇ ਪੰਜਾਬ ਭਵਨ ਦੇ ਦੁਆਰ ਸਾਰਿਆਂ ਲਈ ਖੁੱਲੇ ਨੇ ਜੀ। ਦੁਨੀਆ ਦੇ ਕਿਸੇ ਵੀ ਖਿੱਤੇ ਤੇ ਕੋਈ ਆਵੇ, ਉਹ ਸਾਡਾ ਮਹਿਮਾਨ ਹੈ। ਉਹਦੇ ਰਹਿਣ ਦਾ, ਖਾਣ ਪੀਣ ਦਾ ਪੂਰਾ ਪ੍ਰਬੰਧ ਹੋਊਗਾ। ਜੀ ਸਦਕੇ ਜੀ ਆਇਆਂ ਨੂੰ, ਜਦੋਂ ਮਰਜ਼ੀ ਆਓ। ਕਿਸੇ ਵੀ ਤਰ੍ਹਾਂ ਦੀ ਰਜਿਸਟ੍ਰੇਸ਼ਨ ਦੀ ਲੋੜ ਨਹੀਂ। ਸੋ ਕਿਸ ਤਰ੍ਹਾਂ ਸੰਪਰਕ ਰਜਿਸਟ੍ਰੇਸ਼ਨ ਇਸ ਲਈ ਕਰਨੀ ਹੁੰਦੀ ਹੈ ਕਿ ਸਾਨੂੰ ਪਤਾ ਹੋਵੇ ਕੌਣ ਆਇਆ ਸੀ, ਔਰ ਜਾਣ ਲੱਗਿਆਂ ਵੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਨਵੇਂ ਜਾਂ ਇਸ ਤਰ੍ਹਾਂ ਦੇ ਕੋਈ ਚਿੰਤਕ ਲੋਕ ਆਏ ਨੇ ਉਹਨਾਂ ਤੋਂ ਅਸੀਂ ਪੁੱਛੀਏ ਵੀ ਤੁਹਾਨੂੰ ਕੀ ਚੰਗਾ ਲੱਗਾ, ਕੀ ਗਲਤ ਲੱਗਾ। ਸਾਡੇ ਲਈ ਅੱਗੇ ਵਾਸਤੇ ਇੱਕ ਰਾਹ ਖੁੱਲਦਾ ਉਹਨੂੰ ਸੁਧਾਰਨ ਦਾ। ਫੀਡਬੈਕ ਜ਼ਰੂਰੀ ਹੈ। ਹਾਂ, ਅਸੀਂ ਉਸ ਚਿੰਤਨ ਦੇ ਵਿੱਚੋਂ ਆਹ ਵੀ ਦੇਖਣਾ ਕਿ ਹੁਣ ਤੱਕ ਅਸੀਂ ਕਿੰਨੀਆਂ ਸਫਲਤਾਵਾਂ ਕੀਤੀਆਂ, ਉਹਦਾ ਥੋੜ੍ਹਾ ਜਸ਼ਨ ਵੀ ਮਨਾਵਾਂਗੇ, ਉਸ ਬਾਰੇ ਜ਼ਿਕਰ ਕਰਾਂਗੇ ਤੇ ਜਿੱਥੇ ਸਾਡੀਆਂ ਊਣਤਾਈਆਂ ਰਹੀਆਂ ਨੇ ਉਹਦਾ ਚਿੰਤਨ ਵੀ ਕਰਾਂਗੇ ਜੀ। ਬਿਲਕੁਲ ਫੀਡਬੈਕ ਜ਼ਰੂਰੀ ਹੁੰਦੀ ਹੈ। ਸੋ ਅਸੀਂ ਕੀ ਖੱਟਿਆ ਕਮਾਇਆ ਇਹਨਾਂ ਸਾਲਾਂ ਦੇ ਵਿੱਚ ਉਹ ਵੀ ਦੇਖ ਸਕਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਘਾਟ ਰਹਿ ਜਾਂਦੀ ਹੈ ਉਹਨੂੰ ਕਿਵੇਂ ਪੂਰੀ ਕੀਤੀ ਜਾ ਸਕਦੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ। ਸੋ ਬਿਲਕੁਲ। ਸੋ ਇੰਤਜ਼ਾਰ ਰਹੇਗਾ ਉਹਨਾਂ ਦਿਨਾਂ ਦਾ। ਕੀ ਮੈਸੇਜ ਹੈ ਜੀ ਅੱਜ ਦੇ ਲਈ ਵਿਊਅਰਸ ਨੂੰ? ਹਾਂ, ਮੈਸੇਜ ਤੇ ਮੈਂ ਦੁਨੀਆ ਭਰ ਦੇ ਸਾਰੇ ਪੰਜਾਬੀਆਂ ਲਈ, ਦੋਸਤਾਂ ਲਈ, ਭੈਣਾਂ ਭਰਾਵਾਂ ਲਈ 4 ਲਾਈਨਾਂ ਦੇ ਵਿੱਚ ਇੱਕ ਮੈਸੇਜ ਹੈ। ਹਾਂਜੀ, ਜ਼ਰੂਰ ਜ਼ਰੂਰ। ਕਿ ਅਸੀਂ ਓਂਕਾਰ ਦੇ ਬੱਚੇ, ਅਸੀਂ ਓਂਕਾਰ ਦੇ ਬੱਚੇ, ਅਸੀਂ ਊੜੇ ਦੇ ਜਾਏ ਹਾਂ ਤੇ ਅਸੀਂ 35 ਦਾ ਛੱਟਾ ਦੇਣ ਹੀ ਧਰਤੀ ਤੇ ਆਏ ਹਾਂ। ਤੇ ਆਓ ਮਿੱਤਰੋ ਰਲ ਕੇ ਪੰਜਾਬ ਭਵਨ ਦੇ ਇਸ ਪਲੇਟਫਾਰਮ ਤੇ ਰਲ ਕੇ 35 ਦਾ ਛੱਟਾ ਦਈਏ, ਦੁਨੀਆ 'ਚ ਪੰਜਾਬੀ ਫੈਲਾ ਦਈਏ ਜੀ। ਬਿਲਕੁਲ ਬੜਾ ਵਧੀਆ ਮੈਸੇਜ ਹੈਗਾ ਹੈ, ਜ਼ਰੂਰੀ ਮੈਸੇਜ ਹੈਗਾ। ਸੋ ਪੰਜਾਬੀ ਨੂੰ ਅੱਗੇ ਰੱਖਣਾ ਚਾਹੀਦਾ, ਪੰਜਾਬੀਅਤ ਨੂੰ ਅੱਗੇ ਰੱਖਣਾ ਚਾਹੀਦਾ। ਸੋ ਪੰਜਾਬ ਦੇ ਵਿੱਚ ਉਹ ਆਏ ਹੈਗੇ ਆ, ਸੋ ਆਪਣੀਆਂ ਜੜ੍ਹਾਂ ਨੂੰ ਜਿਹੜਾ ਉਹ ਨਹੀਂ ਭੁੱਲਣਾ ਚਾਹੀਦਾ। ਸੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਆ, ਸੰਚਾਲਨ ਬੜਾ ਵਧੀਆ ਕਰ ਰਹੇ ਹੈਗੇ ਆ, ਲੇਖਕ ਤੁਸੀਂ ਬੜੇ ਵਧੀਆ, ਤੁਹਾਡੀਆਂ ਲਾਈਨਾਂ ਬੜੀਆਂ ਵਧੀਆ, ਵਧਾਈ ਦੇ ਪਾਤਰ ਹੈਗੇ ਆ ਤੁਸੀਂ। ਧੰਨਵਾਦ ਤੁਹਾਡਾ। ਥੈਂਕ ਯੂ ਜੀ। ਧੰਨਵਾਦ। ਥੈਂਕ ਯੂ ਸੋ ਮਚ। ਸੋ ਕੁਲਵਿੰਦਰ ਚਾਂਦ ਹੋਣਾ ਜੀ ਦੇ ਨਾਲ ਗੱਲਬਾਤ ਹੋਈ ਹੈ। ਪੰਜਾਬ ਭਵਨ ਦੇ ਵਿੱਚ ਕੌਮਾਂਤਰੀ ਸਮਾਗਮ ਹੋ ਰਿਹਾ, ਤੁਸੀਂ ਜ਼ਰੂਰ ਸ਼ਿਰਕਤ ਕਰਿਓ। ਆਉਂਦੇ ਦਿਨਾਂ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਹੋਰ ਇਨਫੋਰਮੇਸ਼ਨ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਹੋਰ ਕੀ ਕੁਝ ਨਵਾਂ ਇਹਦੇ ਵਿੱਚ ਐਡ ਕੀਤਾ ਜਾ ਰਿਹਾ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਇਨਫੋਰਮੇਸ਼ਨ ਤੇ ਅਪਡੇਟ ਦੇ ਲਈ ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।